लो जी सज्जनों, मशीन ने अपना काम स्टार्ट कर लिया। ठीक है, कणक की कटाई का काम स्टार्ट कर लिया मशीन ने। भड़ोला मशीन लगी हुई है तो असी हुण अगे चल जी। अस्सलाम वालेकुम वरहमतुल्लाह। आप देख रहे हैं मेरा चैनल द ब्यूटी ऑफ पाकिस्तान 99। मैं आपका होस्ट अब्दुल वाहिद ख़ान, साथी दोस्त मोहम्मद सुहेल चुराई के साथ आज हम एक बार फिर मौजूद हैं तकीपुर। 2 दिन इंतज़ार करना पड़ा, मौसम की ख़राबी की वजह से कटिंग नहीं हो सकी थी। तो आज गंदम की कटिंग जारी है। हमारे दरमियान मौजूद हैं तकीपुर में हम मौजूद हैं और हमारे दरमियान जो मौजूद हैं साहब तकी शाह साहब। तो इनसे मालूमात लेते हैं कि ये जो गंदम है, ये एक जो बीज बोया जाता है उससे लेके एक लुकमा जो हमारे हाथ तक आता है, ये किस प्रोसेस से ये सारा सिस्टम गुज़रता है और गंदम तैयार होती है, ये कितनी आसान या कितनी मुश्किल है। आइए चलिए इनसे गुफ्तगू करते हैं। अस्सलाम वालेकुम जी। वालेकुम सलाम। खान साहब आप कैसे हैं? ठीक ठाक हैं? अल्हम्दुलिल्लाह। तकी भाई बहुत शुक्रिया टाइम देने का। कोई मसला नहीं सरकार, तुसी मेहमान हो साडे, आए हो साडे पिंड से, वार्म वेलकम करने का बड़ी मेहरबानी। तकी भाई सानू ज़रा साडे चैनल के तवसल दे नाल दसना, ये जिहड़ी गंदम है ये बीज बोण तो लैके ਜਿਹੜਾ ਲੁਕਮਾ ਮੈਂ ਤੁਸੀਂ ਸੁਣਿਆ ਹੱਥ ਚ ਆਂਦਾ ਹੈ, ਜਿਹੜਾ ਅਨਾਜ ਅਸੀਂ ਖਾਂਦੇ ਆ, ਇਹ ਸਾਰਾ ਕਿਸ ਪ੍ਰੋਸੈਸ ਚੋਂ ਗੰਦਮ ਦਾ ਇਹ ਸਾਰਾ ਪ੍ਰੋਸੈਸ ਚੋਂ ਇਹ ਗੁਜ਼ਰਦਾ ਹੈ ਬੀਜ? ਕਿਹੜੀ ਚੀਜ਼ ਇਹਦੇ ਵਾਸਤੇ ਫਾਇਦੇਮੰਦ ਹੈ, ਕਿਹੜੀ ਚੀਜ਼ ਨੁਕਸਾਨਦੇਹ ਹੈ, ਕਿੰਨੀ ਕੁ ਮਿਹਨਤ ਹੁੰਦੀ ਹੈ, ਕਿੰਨਾ ਅਰਸਾ ਦਰਕਾਰ ਹੈ, ਤੇ ਇੱਕ ਕਿੱਲਾ ਜਿਹਨੂੰ ਕਹਿੰਦੇ ਜੇ ਤੁਸੀਂ ਪੈਲੀ ਨੂੰ, ਉਹਦੇ ਚ ਕਿੰਨਾ ਕੁ ਬੀਜ ਹੈ? ਜਰਾ ਥੋੜਾ ਜਿਹਾ ਤਫਸੀਲ ਨਾਲ ਦੱਸੋਗੇ ਸਾਨੂੰ? ਜੀ ਕਿਉਂ ਨਹੀਂ, ਲਾਜ਼ਮੀ ਦੱਸਾਂਗੇ। ਇਹਦਾ ਬੀਜ ਦਾ ਜਿਹੜਾ ਤਿਆਰ ਹੋਣ ਦਾ ਟਾਈਮ ਹੈ ਇਹ 6 ਮਹੀਨੇ ਨੇ। ਅਕਤੂਬਰ ਨਵੰਬਰ 'ਚ ਲੋਕ ਜਿਹੜਾ ਕਣਕਾਂ ਗੜ ਲੈਂਦੇ ਨੇ, ਬੀਜ ਲੈਂਦੇ ਨੇ। ਉਸ ਤੋਂ ਬਾਅਦ ਬੀਜਣ ਤੋਂ ਬਾਅਦ ਜਿਹੜਾ ਪਹਿਲੇ ਨੰਬਰ 'ਤੇ ਜਦੋਂ ਬੀਜ ਦੇਈਦਾ ਉਸ ਤੋਂ ਥੱਲੇ ਬਾਅਦ ਲੋਕ ਕੋਈ ਸਲਫਰ ਦਾ ਇਸਤੇਮਾਲ ਕਰਦਾ ਹੈ, ਕੋਈ ਪੋਟਾਸ਼ ਦਾ ਇਸਤੇਮਾਲ ਕਰਦਾ ਹੈ, ਕੋਈ DAP ਪਾਉਂਦਾ ਹੈ, ਕੋਈ ਯੂਰੀਆ ਪਾਉਂਦਾ ਹੈ ਬੀਜ ਸੁੱਟਣ ਤੋਂ, ਖਿਲਾਰਨ ਤੋਂ ਪਹਿਲੋਂ। ਫੀ ਏਕੜ ਬੀਜ ਜਿਹੜਾ ਖਾਨ ਸਾਹਿਬ ਵਿੱਚ ਏਕੜ ਦੇ ਹਿਸਾਬ ਨਾਲ ਸਾਡੇ ਇੱਧਰ ਏਕੜ 8 ਕਨਾਲਾਂ ਦਾ, ਏਕੜ 'ਚ 50 ਕਿਲੋ ਬੀਜ ਜਿਹੜਾ ਉਹ ਗੰਦਮ ਦਾ ਖਿਲਾਰਿਆ ਜਾਂਦਾ ਹੈ। 6 ਮਹੀਨੇ ਦੇ ਦੌਰਾਨ ਇਹਨੂੰ 3 ਤੋਂ 4 ਪਾਣੀ ਦਰਕਾਰ ਹੁੰਦੇ ਨੇ। ਅਗਰ ਬਾਰਿਸ਼ਾਂ ਪੈ ਜਾਣ ਤਾਂ ਫਿਰ ਪਾਣੀ ਜਿਹੜਾ ਉਹ ਘੱਟ ਲੱਗਦੇ ਨੇ ਫਸਲ ਨੂੰ। ਤੇ ਉਸ ਤੋਂ ਬਾਅਦ ਜਿਹੜਾ ਇਹ ਜਿਹੜੀ ਫਸਲ ਹੈ ਤੁਹਾਡੇ ਸਾਹਮਣੇ ਵੇ, ਕੁਛ ਲੋਕ ਭੜੋਲਾ ਮਸ਼ੀਨ ਹੈ ਇਹ ਇਸਤੇਮਾਲ ਕਰਦੇ ਨੇ। ਦਿਖਾਓ ਜੀ, ਇਹ ਭੜੋਲਾ ਮਸ਼ੀਨ ਹੈ ਜੀ, ਭੜੋਲਾ ਮਸ਼ੀਨ ਨਾਲ ਦਿਖਾਏਗਾ ਸਾਹਮਣੇ। ਇਹ ਭੜੋਲਾ ਮਸ਼ੀਨ ਹੈ ਜੀ, ਤਕੀ ਭਾਈ ਕਹਿ ਰਹੇ ਨੇ। ਹੋਰ ਵੀ ਕੋਈ ਮਸ਼ੀਨ ਹੁੰਦੀ ਹੈ? ਇਸ ਤੋਂ ਇਲਾਵਾ ਮਸ਼ੀਨਾਂ ਨੇ, ਥ੍ਰੈਸ਼ਰ ਮਸ਼ੀਨ ਹੈ। ਥ੍ਰੈਸ਼ਰ ਦਾ ਜਿਹੜਾ ਪ੍ਰੋਸੈਸ ਹੈ ਖਾਨ ਸਾਹਿਬ, ਉਹ ਇੱਕ ਤੇ ਵਾਢਿਆਂ ਦੇ ਨਾਲ ਮਤਲਬ ਜਿਹੜੀ ਲੇਬਰ ਲੱਗੀ ਹੈ, ਤੁਸੀਂ ਵੇਖਿਆ ਹੋਣਾ ਹੈ ਮੇਰੇ ਪਿੰਡ ਤੋਂ ਆਉਣ ਤੋਂ ਪਹਿਲਾਂ ਜਿਹੜੇ ਮਜ਼ਦੂਰ ਲੱਗੇ ਨੇ, ਇੱਕ ਤੇ ਉਹ ਵੱਢਦੇ ਨੇ, ਦੂਸਰਾ ਇੱਕ ਮਸ਼ੀਨ ਹੈ ਜਿਹੜੀ ਟਰੈਕਟਰ ਦੇ ਨਾਲ ਅੱਗੇ ਪੈਂਦੀ ਹੈ ਜਿਹਨੂੰ ਰੈਪਰ ਆਖਿਆ ਜਾਂਦਾ ਹੈ। ਰੈਪਰ ਜਿਹੜੀ ਹੈ ਉਹ 1 ਕਿੱਲਾ ਜਿਹੜੀ ਹੈ ਏਕੜ 8 ਕਨਾਲਾਂ ਦਾ ਉਹ ਤਕਰੀਬਨ 1 ਘੰਟੇ 'ਚ ਵੱਢ ਦਿੰਦੀ ਹੈ। ਲੇਬਰ ਦੇ ਨਾਲ ਟਾਈਮ ਲੱਗਦਾ ਹੈ ਖਾਨ ਸਾਹਿਬ 1 ਦਿਹਾੜੀ ਜਾਂ 2 ਦਿਹਾੜੀਆਂ। ਜਿੰਨੀ ਤਗੜੀ ਲੇਬਰ ਹੋਏਗੀ ਉਹਨਾਂ ਮਤਲਬ ਅੱਛਾ ਜਿਹੜਾ ਉਹ ਜਲਦੀ ਕਟਾਈ ਹੋ ਜਾਏਗੀ। ਉਸ ਤੋਂ ਬਾਅਦ ਜਿਹੜਾ ਉਹਦੀ ਭੜੋਲੇ ਦੇ ਨਾਲ ਤੂੜੀ ਨਹੀਂ ਬਣਦੀ, ਘੱਟ ਬਣਦੀ ਹੈ ਜੀ। ਤੇ ਜਿਹੜੀ ਥ੍ਰੈਸ਼ਰ ਦੇ ਨਾਲ ਜਿੰਨਾ ਮਾਲ ਡੰਗਰ ਰੱਖਿਆ ਹੈ, ਇੱਧਰ ਹੈ ਜ਼ਰਾ ਕੈਮਰਾ ਕਰਿਓ ਤੇ ਵਜਨ ਸਾਹਮਣੇ ਕੈਮਰਾ ਕਰਨਾ ਜੀ। ਇਹ ਮਾਲ ਡੰਗਰ ਜਿਹੜਾ ਹੈ ਇਹ ਜਿਨ੍ਹਾਂ ਲੋਕਾਂ ਨੇ ਮਾਲ ਡੰਗਰ ਰੱਖਿਆ ਹੈ ਉਹ ਥ੍ਰੈਸ਼ਰ ਦੇ ਨਾਲ ਇਹ ਕਰਦੇ ਨੇ, ਤੂੜੀ ਬਣਾਉਂਦੇ ਨੇ ਜੀ। ਤੇ ਬਾਕੀ ਜਿਨ੍ਹਾਂ ਨੂੰ ਗੰਦਮ ਦੇ ਨਾਲ ਉਹ ਜ਼ਿਆਦਾ ਲੋਕ ਭੜੋਲਾ ਇਸਤੇਮਾਲ ਕਰਦੇ ਹਨ ਜੀ। ਮਿਹਰਬਾਨੀ। ਲੋ ਜੀ, ਗੁਫ਼ਤਗੂ ਸੁਣੀ ਤਕੀ ਭਾਈ ਦੀ, ਤੇ ਸਾਡੇ ਨਾਲ ਰਹਿਣਾ, ਕਿਤੇ जाना ना, ਸਾਡੇ ਨਾਲ रहना। तैयार कर सकते भी जी। तकीपुर में मौजूद हैं, हमारे दरमियान हमारे एक बुज़ुर्ग हैं मोहम्मद करीम साहब। बड़े दुख के साथ वो कुछ गुफ्तगू कर रहे हैं, तो मैंने कहा जी आप ऑन द रिकॉर्ड बात करें। आइए चलिए इनसे गुफ्तगू। की कह रहे हैं बाबा करीम? मैं बेटा ये कह रहा है कि ਅਸੀਂ ਸਾਨੂੰ ਸਬਜ਼ੀਆਂ ਦੇ ਬੀਜ ਜਿਹੜੇ ਨੇ ਇੰਪੋਰਟ ਕਰਨੇ ਪੈਂਦੇ ਨੇ। ਇਹ ਐਡੇ ਅਦਾਰੇ ਖੋਲ ਕੇ ਬੈਠੇ ਨੇ, ਕੀ ਕਰਦੇ ਨੇ ਸਾਰਾ ਦਿਨ 에ਅਰ ਕੰਡੀਸ਼ਨ ਕਮਰਿਆਂ 'ਚ ਬਹਿ ਕੇ ਬੀਜ ਕਿਉਂ ਨਹੀਂ ਡਿਵੈਲਪ ਕਰਦੇ? 75 ਸਾਲ ਹੋ ਗਏ ਨੇ, ਸਾਰੇ ਅਦਾਰੇ ਤਨਖਾਹਾਂ ਲੈ ਰਹੇ ਨੇ, ਸਭ ਕੁਝ ਕਰ ਰਹੇ ਨੇ। ਬੀਜ ਸਾਨੂੰ ਇੰਪੋਰਟ ਕਰਨੇ ਪੈਂਦੇ। ਬੀਜ ਵੀ ਉਹ WTO ਤਹਿਤ ਜਿਹਦੀ ਰੀਜਨਰੇਸ਼ਨ ਕੋਈ ਨਹੀਂ, ਸਾਨੂੰ ਉਹ ਬੀਜ ਨਹੀਂ ਉਹਦਾ ਮੁਹੱਈਆ ਹੁੰਦਾ। ਇਹ ਸਾਡੇ ਮਸਾਏ ਨੇ, ਤੁਸੀਂ ਦੇਖੋ ਨਾ ਇੱਥੇ ਜਿਹੜੀ ਆ 0 ਟਿਲ ਡੇਲਾ ਬੇਸ਼ੁਮਾਰ ਨੇ। ਇਹ ਪੂਰੀ ਦੁਨੀਆ ਨੂੰ ਬੀਜ ਐਕਸਪੋਰਟ ਕਰਦੇ ਨੇ, ਹਾਲੈਂਡ ਨੂੰ ਕਰਦੇ ਨੇ। इंडिया ਇੰਡੀਆ ਜਿਹੜਾ अच्छा जी। ਹਾਂਜੀ
ਤੇ ਉੱਥੋਂ ਮੁੜ ਕੇ ਅਸੀਂ ਇੰਪੋਰਟ ਕਰਨੇ ਆ। ਕੀ ਇਹ ਕਰਦੇ ਨੇ ਸਾਰਾ ਦਿਨ। ਤੁਸੀਂ ਕੀ ਕਹਿਣਾ ਚਾਹੁੰਦੇ ਜੇ? ਮੈਂ ਕਹਿਣਾ ਚਾਹੁੰਦਾ ਡਿਵੈਲਪ ਕਰਨ ਨਾ ਵੀ ਆਪਣੇ ਖਾਦ ਨਹੀਂ ਮਿਲਦੀ, ਖਾਦ ਕੋ ਨਹੀਂ ਵਕਤ ਤੇ ਦਿੰਦੇ, ਮਹਿੰਗੀ ਕੋ ਦਿੰਦੇ ਨੇ। ਤੁਸੀਂ ਕਹਿੰਦੇ ਰਿਲੀਫ ਮਿਲਣਾ ਚਾਹੀਦਾ ਜ਼ਿਮੀਂਦਾਰ ਨੂੰ ਜਿੰਨੀ ਮਿਹਨਤ ਹੁੰਦੀ ਹੈ। ਉਹ ਜਿੰਨੀ ਉਹ ਮਿਹਨਤ ਕਰਦਾ ਹੈ, ਉਹਨੂੰ ਤੇ ਦੇਖੋ ਨਾ, ਇਹਨਾਂ ਨੂੰ ਬੰਦਾ ਕੀ ਆਖੇ। ਇਹ ਦਫ਼ਤਰਾਂ 'ਚ ਬੈਠੇ ਨੇ ਨਾ, ਇਹਨਾਂ ਨੂੰ ਕਿਸੇ ਨਾਲ ਕੀ ਲੱਗੇ। ਪਿਛਲੇ ਸਾਲਾਂ 'ਚ ਅਗਰ ਕਣਕ ਕੋਈ ਬੰਦਾ ਹਰੀ ਕੱਟਦਾ ਸੀ ਨਾ ਤੇ ਦਫਾ 44 ਦੇ ਤਹਿਤ ਉਹਨੂੰ ਮਨਾ ਕਰਦੇ ਸੀ। ਐਤਕੀ ਲੋਕਾਂ ਨੇ ਡੰਗਰਾਂ ਨੂੰ ਪਾਈ ਆ ਵਜ੍ਹਾ। ਇਹਨਾਂ ਕੋਈ ਅਮਲ ਕੀਤਾ? ਇਹਨਾਂ ਨੂੰ ਰਹਿਣ ਦਿਓ, ਨਹੀਂ ਦਫਾ ਕਰ। ਇਹ ਆਪਣੀ ਮਰਜ਼ੀ ਦੇ ਮਾਲਕ ਨੇ। ਸਾਡੇ ਕਹਿਣ ਦਾ ਮਕਸਦ ਹੈ ਕਿ ਗਰੀਬ ਮਜ਼ਦੂਰ ਦਾ ਕੋਈ ਹਾਲ ਨਹੀਂ, ਮਿਹਨਤਕਸ਼ ਦਾ ਕੋਈ ਹਾਲ ਨਹੀਂ। ਇਹ ਜਿੱਥੇ ਲੱਗੇ ਨੇ ਇਹਨਾਂ ਨੇ ਨਗਰੀ ਬਣਾਈ ਹੈ। ਬਸ 1800 ਦਾ ਜਿਹੜਾ ਤੋੜਾ, ਉਹ 1800 ਦਾ ਜਿਹੜਾ ਤੋੜਾ 3500 ਦਾ ਮਿਲਦਾ। ਇਹ ਮੁਲਕ ਕਿਵੇਂ ਤਰੱਕੀ ਕਰੇਗਾ? ਆਪ ਮਿਲ ਕਿਵੇਂ ਤਰੀਕੇ ਉਹ ਖਾਣ ਵਾਲੇ ਜਿਹੜੇ ਉੱਤੋਂ ਖਾ ਲੈਂਦੇ ਆਪ ਜਮਾ ਰੱਖਦੇ ਨੇ ਖਾਦ। ਆਪ ਕਹਿੰਦੇ ਸ਼ਾਰਟ ਹੋ ਗਈ ਹੈ, ਮਿਲਦੀ ਨਹੀਂ, ਮਹਿੰਗੀ ਦਿੰਦੇ ਨੇ। आपने तकीपुर से बुज़ुर्गों की गुफ्तगू सुनी। वतन अज़ीज़ किस नाम पे बना, किस कलाम पे बना, हर एक जानता है। मगर जो वतन अज़ीज़ में हो रहा है, ये बुज़ुर्ग, मैं इनके पास खड़ा हूँ, मैंने इनकी फ़ीलिंग का अंदाज़ा कर लिया है। ये मज़ीद गुफ्तगू नहीं करना चाहते, मगर इनका ये कहना है कि जो जिन अदारों पर बैठे हुए हैं, जिन जिन सीटों पर बैठे हुए हैं, खुदारा हक और सच पे चलें। वतन अज़ीज़ के जो 7 पड़ोसी मुल्क है वो तरक्की करता जा रहा है, हम दिन ब दिन पीछे रिवर्स गियर लगाया हुआ है। हर बंदा अपना पूरा हक अदा करे, ये मुल्क फलेगा फूलेगा, तरक्की करेगा, खुशहाली आएगी। तो तकीपुर से हमारे साथ रहिएगा, कहीं मत जाइएगा। डांस करो। अब क्या करें? डांस करके रोटियां पकाओ, चटनी खाओ, खड़े हो जाओ, बारिश आई, भीगे, सूरज निकला, पाँव मेरा फिसला, दिल मेरा धड़का, तुम जी, आप ये मेरे पीछे मशीन देख रहे हैं, ये गंदम की कटाई कर रही है। पड़ोला मशीन इसे कहते हैं। कनक भी इसके अंदर स्टोर होगी और इसका जो भूसा होता है, जो तूड़ी होती है, वो भी इसके अंदर स्टोर होता है, इस मशीन के अंदर। हम आपको अपने चैनल के तवस्सुल से बताएंगे कि जदीद टेक्नोलॉजी का ये दौर आ गया कि पहले यही कटिंग ग्रुपों की शक्ल में देहातों में मर्द औरत बच्चे बूढ़े मिलके करते थे। तो एक किला, देहात की ज़बान में एक किले की जो मजदूरी है, वो ये मशीन आप देख रहे हैं, 6 मन एक किले की मजदूरी कटिंग करने वाले को दी जाती थी। खा वो एक हो, चाहे 10 लोग हों, चाहे पूरा ग्रुप हो। तो अब यही काम जदीद टेक्नोलॉजी में आ गया है। जो हफ्तों का काम वो 1 घंटे में, 2 घंटे में, 3 घंटे में समेटा जा रहा है। जहां टेक्नोलॉजी ज़्यादा आ गई, जदीद दौर शॉर्टकट इख्तियार किया, वहीं वसाइल और ख़र्चे भी उतने ही बुलंदी पे जा रहे हैं। पिछले साल यही मशीन 25 से 3,000 रुपया 1 आवर, 1 घंटे का रेंट परचेज़ करती थी। अब यही मशीन इस साल 1 आवर 1 घंटे का 7,000 रुपया किराया ले रही है काम करने का, कटिंग करने का। अगरचे दौर टेक्निकल आ गया, जदीद दौर आ गया, उतने मसाइल भी बढ़ गए, उतने अखराजात भी बढ़ गए, ज़िम्मेदारों के मामलात उतने बढ़ गए। वो कहते हैं जी कि 3 हिस्से मजदूरी दी जाती है तो पीछे हमें क्या बचता है। तो इसी तरह हर एक के अपने अपने वसाइल हैं। वतन अज़ीज़ में जो हुक्मरान हैं, जो अदारे हैं, उन्हें चाहिए कि ज़िम्मेदार के लिए भी कोई बेहतर सोच रखें, को अच्छा पैकेज दें
कि ये जो गंदम है, ये जो ज़हीरा है, ये जो अनाज है ज़मीन के सीने से निकलता है, हमारे तक जो पहुंचता है, ये आप मशीन देख रहे हैं, आपको नज़दीक से दिखा रहे हैं, तो उनके लिए चुको जी, चुको यार चुको। कणक चाहिदी 50 ਤੋੜੇ ਯਾਰ। हाँ जी, 50 ਤੋੜੇ ਕਣਕ ਚਾਹੀਦੀ ਆ। 50 ਤੋੜੇ ਆਹੋ 50 ਤੋੜੇ ਕਣਕ ਚਾਹੀਦੀ ਆ ਕਣਕ ਤਾਂ ਸਾਡੇ ਕੋਲ ਕੋਈ ਨਹੀਂ ਹੈਗੀ ਵੀਰ। ਯਾਰ ਉਹ ਵੇਖ ਯਾਰ ਢੇਰ ਲੱਗੇ ਯਾਰ। ਕਿਹੜਾ ਢੇਰ ਹੈ ਜੀ? ਵੇਖੋ ਕੋਈ ਲੱਗਾ ਢੇਰ ਪਿੱਛੇ। ਤੋੜੇ ਕਿੰਨੇ ਖਲੋਤੇ ਯਾਰ ਤੁਹਾਡੇ। ਆਹੋ ਯਾਰ ਵੇਖ ਇੱਥੇ ਵੀ 100 ਤੋੜਾ ਹੈਗਾ ਮਾਸ਼ਾਅੱਲਾ। ਭਾਈਜਾਨ ਨਾਰਾਜ਼ ਨਾ ਹੋਣਾ, ਕਣਕ ਨਹੀਂ ਮਿਲ ਸਕਦੀ। ਯਾਰ ਮਿਹਰਬਾਨੀ ਯਾਰ ਤੁਹਾਡੀ ਚੰਗੀ ਕਣਕ ਹੈ ਯਾਰ। ਇਹ ਭੇਜਣੀ ਹੈ ਬਾਹਰ, ਅਸਾਂ ਬਾਹਰ ਦੇ ਮੁਲਕ ਭੇਜਣੀ ਹੈ ਯਾਰ ਅਸੀਂ ਇੱਥੇ ਖਾਣੀ ਹੈ ਯਾਰ, ਬਾਹਰ ਅਸੀਂ ਵੀ। ਇੱਥੇ ਨਹੀਂ ਮਿਲ ਸਕਦੀ, ਇੱਥੇ ਵਾਲਿਆਂ ਨੂੰ ਨਹੀਂ ਮਿਲਣੀ, ਇਹ ਬਾਹਰ ਜਾਣੀ ਹੈ, ਮਹਿੰਗੀ ਵਿਕਣੀ ਹੈ। ਤੁਹਾਨੂੰ ਸਸਤੀ ਕਿਵੇਂ ਦੇ ਦਈਏ? ਯਾਰ ਜੋ ਬਾਹਰ ਵਾਲਿਆਂ ਦੇਣਾ ਉਹ ਅਸੀਂ ਤੁਹਾਨੂੰ ਦੇ ਦਾਂਗੇ ਯਾਰ। ਸਾਨੂੰ ਬਾਹਰੋਂ ਡਾਲਰ ਮਿਲਣੇ, ਇੱਥੋਂ ਰੁਪਈਏ ਮਿਲਣੇ ਆ। ਤੇ ਕੋਈ ਨਹੀਂ ਅਸੀਂ ਹੁਣ ਡਾਲਰਾਂ ਦੇ ਹਿਸਾਬ ਨਾਲ ਰੁਪਏ ਦੇ ਦਾਂਗੇ ਤੁਹਾਨੂੰ। ਤੇਰੀ ਖੈਰ ਹੋ ਗਈ। ਅੱਛਾ ਜੀ, ਵੱਡਾ ਹੀ ਦਿਲ ਹੈ ਤੇਰਾ। ਹਾਂਜੀ ਠੀਕ ਹੈ, ਫਿਰ ਮਿਲ ਜਾਏਗੀ। ਡਾਲਰਾਂ ਦਾ ਰੇਟ ਦਿਓਗੇ ਤੇ ਮਿਲ ਜਾਏਗੀ। ਮੈਂ ਠੀਕ ਹੈ ਜਨਾਬ, ਡਾਲਰਾਂ ਦਾ ਰੇਟ ਦਾਂਗੇ। ਕਿੰਨੇ ਤੋੜੇ? 50 ਤੋੜੇ ਚਾਹੀਦੇ। ਮੁੰਸ਼ੀ 50 ਤੋੜੇ ਲਿਖ ਦਈ ਇਹਨਾਂ ਦੇ। 50 ਤੋੜੇ ਠੀਕ ਹੈ ਜੀ, 50 ਤੋੜੇ ਦੇਖ ਗਏ ਜੀ। ਲਓ ਜੀ, ਡਾਲਰਾਂ ਦੇ ਹਿਸਾਬ ਨਾਲ ਇੱਥੇ ਹੀ ਵਿਕ ਗਈ ਕਣਕ ਭਾਈ ਸਾਡੀ, ਤੇ ਸਾਡੇ ਨਾਲ ਰਹਿਣਾ, ਤੁਹਾਂ ਜਾਣਾ ਕਿਤੇ ਨਹੀਂਗਾ। ਲਓ ਜੀ, ਵਿਕ ਗਈ ਸਾਰੀ ਭਾਜੀ ਹੈ। ਇੱਕ ਹੀ ਬੱਬਰ ਸ਼ੇਰ ਆਇਆ, ਲੈ ਗਿਆ ਸਾਰੀ।